ਸਟਾਰਟ। ਜਨਾਬ, ਮੈਂ ਇਸ ਸਦਨ ਦਾ ਧਿਆਨ ਉਹਨਾਂ ਕਾਰਜਾਂ ਵੱਲ ਕੇਂਦਰਿਤ ਕਰਦਾ ਹਾਂ ਜਿਨ੍ਹਾਂ ਦੁਆਰਾ ਪੂਰਵਲੀ ਸਰਕਾਰ ਨੇ ਪੰਜਾਬ ਦੇ ਖੁਸ਼ਹਾਲ ਰਾਜ ਨੂੰ ਮਾੜੀ ਸਥਿਤੀ ਵੱਲ ਧੱਕਿਆ ਸੀ। ਡੰਡੀ ਪੂਰਵਲੀ ਸਰਕਾਰ ਦੇ ਕਾਰਜਾਂ ਦੇ ਗੈਰ ਪ੍ਰਬੰਧਨ ਦਾ ਇਸ ਤੱਥ ਤੋਂ ਸੱਚਾ ਹੋਰ ਕੀ ਪ੍ਰਮਾਣ ਹੋ ਸਕਦਾ ਹੈ ਕਿ RBI ਨੇ ਲਿਖਤੀ ਆਦੇਸ਼ਾਂ ਰਾਹੀਂ ਵਿੱਤੀ ਸਾਲ ਦੇ ਬਹੁਤ ਸੰਵੇਦਨਸ਼ੀਲ ਸਮੇਂ ਤੇ ਭਾਵ 29 ਮਾਰਚ 2017 ਤੋਂ 31 ਮਾਰਚ 2017 ਤੱਕ ਏਜੰਸੀ ਬੈਂਕਾਂ ਨੂੰ ਪੰਜਾਬ ਸਰਕਾਰ ਦੀਆਂ ਅਦਾਇਗੀਆਂ ਤੇ ਰੋਕ ਲਗਾ ਦਿੱਤੀ ਸੀ। ਡੰਡੀ 7,791 ਕਰੋੜ ਰੁਪਏ ਦੇ ਬਿੱਲ ਲੈਪਸ ਹੋ ਗਏ, ਜਦੋਂ ਕਿ ਅਨਾਜ ਖਰੀਦ ਵਿੱਚ ਕੁਪ੍ਰਬੰਧਨਾਂ ਕਾਰਨ CCL ਦੇ ਪਾੜੇ ਨੂੰ ਦੂਰ ਕਰਨ ਕਾਰਨ 38,584.11 ਕਰੋੜ ਰੁਪਏ ਦਾ ਵਾਧੂ ਕਰਜ਼ੇ ਦਾ ਬੋਝ ਰਾਜ ਤੇ ਪੈ ਗਿਆ। ਡੰਡੀ ਇਸ ਸੰਕਟ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਵਾਲੀ ਨਵੀਂ ਸਰਕਾਰ ਕਾਰਜਭਾਰ ਸੰਭਾਲ ਰਹੀ ਸੀ। ਡੰਡੀ ਪੈਰਾ ਚੇਂਜ। ਜਨਾਬ ਸਪੀਕਰ ਸਾਹਿਬ, ਮੇਰੇ ਸਾਹਮਣੇ ਚੁਣੌਤੀ ਬਹੁਤ ਵੱਡੀ ਸੀ, ਜਿਸ ਵਿੱਚ ਪੰਜਾਬ ਨੂੰ ਰਾਖ ਦੀ ਢੇਰੀ ਤੋਂ ਇੱਕ ਕੂਕਨਸ ਪੰਛੀ ਵਾਂਗ ਮੁੜ ਸੁਰਜੀਤ ਕਰਨਾ ਸੀ। ਡੰਡੀ ਪੰਜਾਬੀ ਜੋ ਆਪਣੀ ਇੱਜ਼ਤ ਬਦਲੇ ਆਪਣੀ ਜਾਨ ਦੇਣ ਲਈ ਤਿਆਰ ਰਹਿੰਦਾ ਹੈ ਦੀ ਅਣਖ ਨੂੰ ਕਾਇਮ ਕਰਨ ਦੀ ਲੋੜ ਸੀ। ਡੰਡੀ ਜਨਾਬ ਸਪੀਕਰ ਸਾਹਿਬ, ਤੁਹਾਡੀ ਸਰਕਾਰ ਦਾ ਦ੍ਰਿਸ਼ਟੀਕੋਣ ਸਪਸ਼ਟ ਸੀ। ਸੂਬੇ ਨੂੰ ਆਪਣੀ ਅਣਖ ਬਰਕਰਾਰ ਰੱਖਦੇ ਹੋਏ ਰਾਜ ਪ੍ਰਬੰਧਾਂ ਦੀਆਂ ਰੋਜ਼ਾਨਾ ਚੁਣੌਤੀਆਂ ਲਈ ਹੀ ਨਹੀਂ, ਸਗੋਂ ਕਿਸੇ ਵੀ ਅਣਸੰਭਾਵਿਤ ਅਣਦੇਖੀ ਸਥਿਤੀ ਨਾਲ ਨਜਿੱਠਣ ਲਈ ਵੀ ਮਜ਼ਬੂਤ ਬਣਾਉਣਾ ਸੀ। ਡੰਡੀ ਜਨਾਬ ਸਪੀਕਰ ਸਾਹਿਬ, ਪੂਰੀ ਨਿਮਰਤਾ ਦੇ ਨਾਲ ਮੈਂ ਇਹ ਅਰਜ਼ ਕਰਦਾ ਹਾਂ ਕਿ ਰਾਜ ਨੇ ਨਾ ਸਿਰਫ ਸਮਾਜਿਕ ਸੁਰੱਖਿਆ ਪੈਨਸ਼ਨ ਅਤੇ ਮੌਜੂਦਾ ਬਿਜਲੀ ਸਬਸਿਡੀ ਸਮੇਤ ਆਪਣੇ ਸਾਰੇ ਵਚਨਬੱਧ ਖਰਚਿਆਂ ਨੂੰ ਮਹੀਨੇਵਾਰ ਆਧਾਰ ਤੇ ਪੂਰਾ ਕੀਤਾ, ਸਗੋਂ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਦਾ ਅਵਸਰ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇਸੇ ਸਦਨ ਵਿੱਚ ਸੇਵਾ ਵਿੱਚ ਚੋਣਵੇਂ ਵਾਧੇ ਦੇ ਵਿਕਲਪ ਨੂੰ ਵਾਪਸ ਲੈਣ ਦੇ ਫੈਸਲੇ ਦਾ ਐਲਾਨ ਕਰਦਿਆਂ ਇਸ ਨੂੰ ਤੁਰੰਤ ਲਾਗੂ ਕੀਤਾ। ਭਾਵੇਂ ਲਾਕਡਾਊਨ ਕਾਰਨ ਮਾਲੀਏ ਵਿੱਚ ਭਾਰੀ ਗਿਰਾਵਟ ਆ ਗਈ ਸੀ। ਡੰਡੀ ਪੈਰਾ ਚੇਂਜ। ਮੈਂ ਇਸ ਅਜ਼ੀਮ ਸਦਨ ਨਾਲ ਮੌਜੂਦਾ ਸਰਕਾਰ ਦੁਆਰਾ ਵਿੱਤੀ ਸਥਿਤੀ ਵਿੱਚ ਤਬਦੀਲੀ ਲਿਆਉਣ ਅਤੇ ਰਾਜ ਦੀ ਆਰਥਿਕਤਾ ਨੂੰ ਮੁੜ ਆਪਣੇ ਲੀਹ ਤੇ ਲਿਆਉਣ ਲਈ ਚੁੱਕੇ ਗਏ ਦ੍ਰਿੜ ਕਦਮਾਂ ਬਾਰੇ ਆਪਣੇ ਵਿਚਾਰ ਸਾਂਝੇ ਕਰਨਾ ਚਾਹਾਂਗਾ। ਡੰਡੀ ਕਿਸੇ ਵੀ ਆਰਥਿਕਤਾ ਦੇ ਵਿਕਾਸ ਦਾ ਮੈਕਰੋ ਇਕਨਾਮਿਕ ਮਾਪਦੰਡ ਸਰਕਾਰੀ ਨੀਤੀਆਂ ਦੇ ਅਸਰ ਦੀ ਪ੍ਰਤੀਬਿੰਬ GSDP ਪੂਰਵਲੀ ਸਰਕਾਰ ਦੇ ਅਖੀਰਲੇ 3 ਸਾਲਾਂ 2014-15 ਤੋਂ 2016-17 ਵਿੱਚ 8.87% ਦੀ ਵਾਧਾ ਦਰ ਦੇ ਮੁਕਾਬਲੇ ਪਿਛਲੇ 3 ਸਾਲਾਂ 2017-18 ਤੋਂ 2019-20 ਦੌਰਾਨ 10.43%
ਦੀ ਔਸਤ ਦਰ ਨਾਲ ਵਧੀ ਹੈ। ਡੰਡੀ ਰਾਜ ਦੀ GSDP 4,26,988 ਕਰੋੜ ਰੁਪਏ ਤੋਂ ਵੱਧ ਕੇ 2021-22 ਬਜਟ ਅਨੁਮਾਨ ਵਿੱਚ 6,07,594 ਕਰੋੜ ਰੁਪਏ ਹੋ ਗਈ, ਜੋ ਕਿ ਸਾਲ 2016-17 ਦੇ ਮੁਕਾਬਲੇ 42.30% ਵੱਧ ਹੈ। ਡੰਡੀ ਇਸ ਤੋਂ ਇਲਾਵਾ ਰਾਜ ਦੀ ਪ੍ਰਤੀ ਜੀਓ ਆਮਦਨ ਸਾਲ 2016-17 ਵਿੱਚ 1,28,780 ਰੁਪਏ ਤੋਂ ਵੱਧ ਕੇ ਸਾਲ 2019-20 ਵਿੱਚ 1,66,830 ਰੁਪਏ ਹੋ ਗਈ ਹੈ, ਜੋ ਕਿ 1,34,226 ਰੁਪਏ ਦੀ ਕੌਮੀ ਔਸਤ ਨਾਲੋਂ 24.29% ਵੱਧ ਹੈ। ਡੰਡੀ ਪੈਰਾ ਚੇਂਜ ਰਾਜ ਦੇ ਮਾਲੀਏ ਨੂੰ ਵਧਾਉਣ ਅਤੇ ਇਸ ਦੇ ਖਰਚਿਆਂ ਨੂੰ ਤਰਕਪੂਰਨ ਬਣਾਉਣ ਲਈ ਰੋਡ ਮੈਪ ਤਿਆਰ ਕਰਨ ਲਈ ਸਾਡੇ ਦੂਰ ਅੰਦੇਸ਼ੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਪ੍ਰਧਾਨਗੀ ਹੇਠ ਰਾਜ ਨੇ ਵਿੱਤੀ ਪ੍ਰਬੰਧਨ ਬਾਰੇ ਕੈਬਨਿਟ ਸਬ ਕਮੇਟੀ ਅਧਿਸੂਚਿਤ ਕੀਤੀ। ਡੰਡੀ ਇਸ ਦੇ ਨਤੀਜੇ ਵਜੋਂ ਰਾਜ ਦੀਆਂ ਕੁੱਲ ਮਾਲੀਆ ਪ੍ਰਾਪਤੀਆਂ TRR 98.52% ਵੱਧ ਗਈਆਂ, ਭਾਵ ਸਾਲ 2016-17 ਵਿੱਚ 47,985 ਕਰੋੜ ਰੁਪਏ ਤੋਂ ਵੱਧ ਕੇ ਸਾਲ 2021-22 ਬਜਟ ਅਨੁਮਾਨ ਵਿੱਚ 95,258 ਕਰੋੜ ਰੁਪਏ ਹੋ ਗਿਆ ਹੈ। ਡੰਡੀ ਸ਼ਰਾਬ ਤੇ ਆਬਕਾਰੀ ਕਰ ਦੀ ਵਸੂਲੀ ਵਿੱਚ 59% ਵਧਣ ਦਾ ਅੰਦਾਜ਼ਾ ਹੈ, ਜੋ ਕਿ 2016-17 ਵਿੱਚ 4,406 ਕਰੋੜ ਰੁਪਏ ਤੋਂ ਵੱਧ ਕੇ 7,002 ਕਰੋੜ ਰੁਪਏ ਹੋ ਗਈ ਹੈ, ਜਦਕਿ ਬਿਜਲੀ ਡਿਊਟੀ ਦੀ ਵਸੂਲੀ 2016-17 ਵਿੱਚ 1,993 ਕਰੋੜ ਰੁਪਏ ਤੋਂ ਵੱਧ ਕੇ 2021-22 ਵਿੱਚ 3,026 ਕਰੋੜ ਰੁਪਏ ਹੋ ਜਾਵੇਗੀ। ਡੰਡੀ ਇਸ ਤੋਂ ਇਲਾਵਾ ਸ਼ਹਿਰੀ ਖੇਤਰਾਂ ਵਿੱਚ ਜਾਇਦਾਦ ਦੀ ਰਜਿਸਟਰੀ ਕਰਨ ਤੇ ਸਟੈਂਪ ਡਿਊਟੀ ਨੂੰ ਤਰਕਸ਼ੀਲ ਬਣਾਉਣ ਵਿੱਚ ਨਾਲ ਇਸ ਨੂੰ ਮੌਜੂਦਾ 9% ਤੋਂ ਘਟਾ ਕੇ 6% ਕਰ ਦਿੱਤਾ ਗਿਆ ਸੀ, ਜਿਸ ਨਾਲ ਸਟੈਂਪ ਆਮਦਨ ਵਿੱਚ 12.43% ਦਾ ਵਾਧਾ ਹੋਇਆ, ਭਾਵ 2016-17 ਵਿੱਚ 2,044 ਕਰੋੜ ਰੁਪਏ ਤੋਂ 2018-19 ਵਿੱਚ 2,298 ਕਰੋੜ ਰੁਪਏ ਹੋ ਗਏ ਹਨ ਅਤੇ 2021-22 ਦੇ ਬਜਟ ਅਨੁਮਾਨ ਦੌਰਾਨ ਇਸ ਦੇ 2,890 ਕਰੋੜ ਰੁਪਏ ਦੀ ਹੋਰ ਵਸੂਲੀ ਹੋਣ ਦੀ ਸੰਭਾਵਨਾ ਹੈ। ਡੰਡੀ ਪੈਰਾ ਚੇਂਜ ਜਨਾਬ ਸਪੀਕਰ ਸਾਹਿਬ, ਰਾਜ ਏਜੰਸੀਆਂ ਦੀਆਂ ਪ੍ਰਾਪਤੀਆਂ ਨੂੰ ਰਾਜ ਦੇ ਸੰਚਿਤ ਫੰਡ ਵਿੱਚ ਤਬਦੀਲ ਕਰਨ ਦਾ ਨੀਤੀਗਤ ਫੈਸਲਾ ਲਿਆ ਗਿਆ ਅਤੇ ਇਸ ਤਰ੍ਹਾਂ ਅਜਿਹੀਆਂ ਪ੍ਰਾਪਤੀਆਂ ਨੂੰ ਵਿਧਾਨ ਸਭਾ ਦੀ ਪੜਤਾਲ ਦੇ ਘੇਰੇ ਵਿੱਚ ਲਿਆਂਦਾ ਗਿਆ। ਡੰਡੀ ਜਿਸ ਨਾਲ ਸਾਲ 2016-17 ਮੁਕਾਬਲੇ ਸਾਲ 2021-22 ਬਜਟ ਅਨੁਮਾਨਾਂ ਵਿੱਚ ਗੈਰ ਟੈਕਸ ਮਾਲੀਆ NTR ਵਿੱਚ 32% ਦਾ ਸਕਾਰਾਤਮਕ ਪ੍ਰਭਾਵ ਦੇਖਿਆ ਗਿਆ। ਡੰਡੀ ਜਨਾਬ ਸਪੀਕਰ ਸਾਹਿਬ, ਸਾਲ 17-18 ਵਿੱਚ ਪਹਿਲਾ ਬਜਟ ਪੇਸ਼ ਕਰਦਿਆਂ ਅਸੀਂ ਇਸ ਮੁਬਾਰਕ ਹਾਊਸ ਨੂੰ 10,273 ਕਰੋੜ ਰੁਪਏ ਦੇ ਫੰਡਿੰਗ ਗੈਪ ਬਾਰੇ ਦੱਸਿਆ ਸੀ। ਡੰਡੀ ਮੈਨੂੰ ਖੁਸ਼ੀ ਦੀ ਇਹ ਖਬਰ ਸਾਂਝੀ ਕਰਨ ਵਿੱਚ ਫਖਰ
ਮਹਿਸੂਸ ਹੁੰਦਾ ਹੈ ਕਿ